प्यारे भैणों ਅਤੇ ਭਾਈਓ, ਜੈ ਮਸੀਹ ਦੀ। ਪਿਆਰਿਓ, ਅੱਜ ਮੈਂ ਇੱਕ ਵਿਸ਼ਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਜੋ ਪਰਮੇਸ਼ਰ ਨੇ ਆਪਣੇ ਪਾਕ ਰੂਹ ਦੇ ਵਸੀਲੇ ਨਾਲ ਮੈਨੂੰ ਸ਼ੇਅਰ ਕਰਨ ਲਈ ਦਿੱਤਾ ਹੈ। ਉਹ ਵਿਸ਼ਾ ਹੈ ਕਿ ਕੀ ਪਰਮੇਸ਼ਰ ਹੈ, ਕੀ ਪਰਮੇਸ਼ਰ ਦੀ ਹੋਂਦ ਹੈ, ਕੀ ਪਰਮੇਸ਼ਰ ਦੀ ਹੋਂਦ ਦਾ ਕੋਈ ਸਬੂਤ ਹੈ। ਪਿਆਰਿਓ, ਬਾਈਬਲ ਦੱਸਦੀ ਹੈ ਕਿ ਨੇਚਾ ਬਾਝੋਂ ਪਰਮੇਸ਼ਰ ਦੇ ਮਨ ਨੂੰ ਭਾਉਣਾ ਅੰਨ ਹੋਣਾ ਹੈ, ਕਿਉਂਕਿ ਜਿਹੜਾ ਪਰਮੇਸ਼ਰ ਦੇ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਬਈ ਉਹ ਹੈ, ਨਾਲੇ ਇਹ ਬਈ ਉਹ ਆਪਣਿਆਂ ਤਾਲਿਬਾਂ ਦਾ ਫਲਦਾਤਾ ਹੈ। ਇਬਰਾਨੀਆਂ 11 ਅਧਿਆਏ ਉਹਦੀ 6 ਐਤ ਦੇ ਵਿੱਚ ਅਸੀਂ ਇਹ ਪੜ੍ਹ ਸਕਦੇ ਹਾਂ। ਪਿਆਰਿਓ, ਜੇ ਪਰਮੇਸ਼ਰ ਦੀ ਇਹ ਇੱਛਾ ਹੁੰਦੀ ਤਾਂ ਉਹ ਆਪਣੇ ਆਪ ਨੂੰ ਇੰਝ ਹੀ ਪ੍ਰਗਟ ਕਰ ਸਕਦਾ ਸੀ, ਸਾਰੇ ਸੰਸਾਰ ਦੇ ਉੱਤੇ ਇੰਝ ਹੀ ਉਹ ਪ੍ਰਗਟ ਹੋ ਜਾਂਦਾ ਤੇ ਸਾਬਤ ਕਰ ਦਿੰਦਾ ਕਿ ਦੇਖੋ ਮੇਰੀ ਹੋਂਦ ਹੈ। ਪਰ ਜੇ ਉਹ ਇਸ ਤਰ੍ਹਾਂ ਕਰਦਾ ਤਾਂ ਫਿਰ ਤਾਂ ਵਿਸ਼ਵਾਸ ਕਰਨ ਦੀ ਲੋੜ ਹੀ ਨਾ ਰਹਿੰਦੀ, ਵਿਸ਼ਵਾਸ ਕਰਨ ਦੀ ਤਾਂ ਕੋਈ ਲੋੜ ਹੀ ਨਾ ਰਹਿੰਦੀ। ਪਿਆਰਿਓ, ਯਹੂਨਾ ਦੀ ਅੰਜੀਲ ਉਹਦਾ 20 ਅਧਿਆਏ ਉਹਦੀ 29 ਆਇਤ ਦੇ ਵਿੱਚ ਪ੍ਰਭੂ ਯਿਸੂ ਨੇ ਕਿਹਾ ਹੈ, ਪ੍ਰਭੂ ਯਿਸੂ ਜਦੋਂ ਧਰਤੀ ਉੱਤੇ ਸਨ ਤਾਂ ਉਹਨਾਂ ਨੇ ਕਿਹਾ ਹੈ, ਕਿਉਂਕਿ ਤੂੰ ਮੈਨੂੰ ਦੇਖਿਆ ਹੈ ਇਸ ਕਰਕੇ ਪ੍ਰਤੀਤ ਕੀਤੀ ਹੈ, ਪਰ ਧੰਨ ਹਨ ਉਹ ਜਿਨ੍ਹਾਂ ਨੇ ਨਹੀਂ ਦੇਖਿਆ ਤਾਂ ਵੀ ਪ੍ਰਤੀਤ ਕਰਦੇ ਹਨ। ਫਿਰ ਵੀ ਇਹਦਾ ਅਰਥ ਇਹ ਨਹੀਂ ਹੈ ਕਿ ਪਰਮੇਸ਼ਰ ਦੀ ਹੋਂਦ ਦਾ ਕੋਈ ਸਬੂਤ ਨਹੀਂ ਹੈ। ਪਿਆਰਿਓ, ਜ਼ਬੂਰ 19 ਉਹਦੀ 1 ਤੋਂ 4 ਵਿੱਚ ਬਾਈਬਲ ਦੱਸਦੀ ਹੈ ਕਿ ਆਕਾਸ਼ ਪਰਮੇਸ਼ਰ ਦੀ ਮਹਿਮਾ ਦਾ ਵਰਣਨ ਕਰਦੇ ਹਨ ਅਤੇ ਅੰਬਰ ਉਹਦੀ ਦਸਤਕਾਰੀ ਵਿਖਾਲਦਾ ਹੈ। ਦਿਨ ਦਿਨ ਨਾਲ ਬੋਲੀ ਬੋਲਦਾ ਹੈ, ਰਾਤ ਰਾਤ ਨੂੰ ਗਿਆਨ ਦੱਸਦੀ ਹੈ। ਉਹਨਾਂ ਦੀ ਨਾ ਕੋਈ ਬੋਲੀ ਹੈ, ਨਾ ਸ਼ਬਦ ਹਨ, ਨਾ ਉਹਨਾਂ ਦੀ ਆਵਾਜ਼ ਸੁਣੀਦੀ ਹੈ। ਸਾਰੀ ਧਰਤੀ ਵਿੱਚ ਉਹਨਾਂ ਦੀ ਤਾਰ ਪਹੁੰਚਦੀ ਹੈ ਅਤੇ ਸੰਸਾਰ ਦੀਆਂ ਹੱਦਾਂ ਤੱਕ ਉਹਨਾਂ ਦੇ ਬੋਲ। ਪਰ ਫਿਰ ਵੀ ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ ਵੀ ਪਰਮੇਸ਼ਰ ਹੈ ਹੀ ਨਹੀਂ। ਇਹ ਜ਼ਬੂਰ 14 ਉਹਦੀ 1 ਆਇਤ ਦੇ ਵਿੱਚ ਬਾਈਬਲ ਦੱਸਦੀ ਹੈ। ਪਿਆਰਿਓ, ਪਰਮੇਸ਼ਰ ਦੀ ਹੋਂਦ ਦੇ ਪੱਖ ਵਿੱਚ ਬਾਈਬਲ ਦੀਆਂ ਦਲੀਲਾਂ ਤੋਂ ਇਲਾਵਾ ਕੁਝ ਹੋਰ ਤਰਕਪੂਰਨ ਦਲੀਲਾਂ ਵੀ ਹਨ। ਵਿਗਿਆਨ ਦੀ ਦਲੀਲ ਇਹ ਕਹਿੰਦੀ ਹੈ ਕਿ ਬ੍ਰਹਿਮੰਡ ਬਹੁਤ ਹੀ ਅਚਰਜ ਭਰੀ ਰੂਪ ਰੇਖਾ ਦਾ ਪ੍ਰਦਰਸ਼ਨ ਕਰਦਾ ਹੈ। ਮਿਸਾਲ ਦੇ ਤੌਰ ਤੇ ਜੇਕਰ ਧਰਤੀ ਸੂਰਜ ਦੇ ਕੁਝ ਕੁ ਮੀਲ ਦੂਰ ਜਾਂ ਨੇੜੇ ਹੁੰਦੀ ਤਾਂ ਉਸ ਉੱਤੇ ਜੀਵਨ ਨਾ ਹੁੰਦਾ। ਪਿਆਰਿਓ, ਮੈਂ ਰਿਪੀਟ ਕਰਦਾ ਹਾਂ, ਜਰਾ ਗੌਰ ਦੇ ਨਾਲ ਸੁਣੋ। ਇਹ ਵਿਗਿਆਨ ਦੀ, ਸਾਇੰਸ ਦੀ ਦਲੀਲ ਹੈ ਕਿ ਜੇ ਧਰਤੀ ਸੂਰਜ ਦੇ ਕੁਝ ਕੁ ਮੀਲ ਦੂਰ ਜਾਂ ਨੇੜੇ ਹੁੰਦੀ ਤਾਂ ਉਸ ਉੱਤੇ ਜੀਵਨ ਨਾ ਹੁੰਦਾ। ਔਰ ਸਾਡੀ ਧਰਤੀ ਵਿਚਲੇ ਜੋ ਤੱਤ ਹਨ, ਜਿਨ੍ਹਾਂ ਤੱਤਾਂ ਦਾ ਕਰਕੇ ਹੀ ਅੱਜ ਹਰ ਪ੍ਰਾਣੀ ਜਿਉਂਦਾ ਹੈ, ਜੇਕਰ ਸਾਡੇ ਵਾਤਾਵਰਨ ਵਿਚਲੇ ਤੱਤ ਕੇਵਲ ਕੁਝ ਕੁ ਪ੍ਰਤੀਸ਼ਤ ਹੀ ਭਿੰਨ ਹੁੰਦੇ ਤਾਂ ਧਰਤੀ ਉੱਤੇ ਹਰ ਪ੍ਰਾਣੀ ਮਰ ਗਿਆ ਹੁੰਦਾ। ਇਹਨੂੰ ਅਸੀਂ ਸੋਲਰ ਸਿਸਟਮ ਕਹਿੰਦੇ ਹਾਂ। ਕੀ ਕਹਿੰਦੇ ਆ? ਸੋਲਰ ਸਿਸਟਮ। ਪਿਆਰਿਓ, ਸਿਸਟਮ ਤਾਂ ਬਣਾਇਆ ਜਾਂਦਾ ਹੈ, ਸਿਸਟਮ ਐਵੇਂ ਥੋੜ੍ਹਾ ਬਣ ਜਾਂਦਾ ਕਿ ਸਿਸਟਮ ਬਿਨਾਂ ਕਿਸੇ ਦੇ ਬਣਾਏ ਬਣ ਜਾਂਦਾ ਹੈ, ਬਣ ਸਕਦਾ ਹੈ? ਸੋਚੋ ਜਰਾ। ਸਾਈਕਲ ਬਣਾਉਣ ਵਾਲਾ ਸਾਈਕਲ ਦਾ ਸਿਸਟਮ ਬਣਾਉਂਦਾ ਹੈ ਤਦੇ ਤਾਂ ਉਹ ਚੱਲਦਾ ਹੈ। ਕਾਰ ਬਣਾਉਣ ਵਾਲਾ ਕਾਰ ਦਾ ਇੱਕ ਸਿਸਟਮ ਬਣਾਉਂਦਾ ਹੈ ਤਦੇ ਤਾਂ ਉਹ ਇੰਨੀ ਸਪੀਡ ਦੇ ਨਾਲ ਚੱਲਦੀ ਹੈ। ਉਹਦੀਆਂ ਬੱਤੀਆਂ ਜਗਦੀਆਂ ਹਨ, ਉਹਦੇ ਵਾਈਪਰ ਚੱਲਦੇ ਹਨ, ਉਹਦੇ ਸ਼ੀਸ਼ੇ ਹੇਠਾਂ ਉੱਤੇ ਹੁੰਦੇ ਹਨ, ਵਗੈਰਾ ਵਗੈਰਾ, ਹੈ ਨਾ। ਇਹ ਸਭ ਇੱਕ ਸਿਸਟਮ ਦੇ ਤਹਿਤ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਸੋਲਰ ਸਿਸਟਮ ਹੈ। ਇੱਕ ਸਿਸਟਮ ਬਣਾਇਆ ਗਿਆ ਹੈ
ਧਰਤੀ ਸੂਰਜ ਦੇ ਦੁਆਲੇ 30 ਕਿਲੋਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਚੱਕਰ ਲਾਉਂਦੀ ਹੈ। ਮੈਂ ਰਿਪੀਟ ਕਰਦਾ ਹਾਂ, ਸੁਣੋ। ਧਰਤੀ ਸੂਰਜ ਦੇ ਦੁਆਲੇ 30 ਕਿਲੋਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਚੱਕਰ ਲਾਉਂਦੀ ਹੈ ਪਿਆਰਿਓ। ਤੇ 365 ਦਿਨ 5 ਘੰਟੇ 59 ਮਿੰਟ ਤੇ 16 ਸੈਕਿੰਡ ਦੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ਧਰਤੀ। ਤੇ ਇਹ ਸਮਾਂ 1 ਸੈਕਿੰਡ ਵੀ ਇੱਧਰ ਉੱਧਰ ਨਹੀਂ ਹੁੰਦਾ। ਜੇ 1 ਸੈਕਿੰਡ ਵੀ ਇੱਧਰ ਉੱਧਰ ਹੋ ਜਾਏ ਨਾ ਤਾਂ ਸਾਰੀ ਗੜਬੜ ਹੋ ਜਾਏ, ਸਭ ਗੜਬੜ ਹੋ ਜਾਏ, ਸਾਰਾ ਸਿਸਟਮ ਗੜਬੜ ਹੋ ਜਾਏ। ਪਿਆਰਿਓ ਇਸ ਸਿਸਟਮ ਕਰਕੇ ਹੀ ਧਰਤੀ ਉੱਤੇ ਮੌਸਮ ਬਦਲਦੇ ਹਨ। ਇਸ ਸਿਸਟਮ ਦਾ ਕਰਕੇ ਜੋ ਇਨਸਾਨ ਦੇ ਲਈ ਜ਼ਰੂਰੀ ਹਨ, ਜੋ ਮੌਸਮ ਬਦਲਨੇ ਇਨਸਾਨ ਦੇ ਲਈ ਜ਼ਰੂਰੀ ਹਨ, ਤੇ ਇਹ ਮਹੀਨਿਆਂ ਦੇ ਹਿਸਾਬ ਨਾਲ ਬਦਲਦੇ ਹਨ। ਇਹ ਧਰਤੀ ਦੇ ਸਿਸਟਮ ਦੇ ਕਾਰਨ ਹੀ ਹੋ ਪਾਉਂਦਾ ਹੈ। ਤੇ ਸੋਚੋ, ਅਗਰ ਧਰਤੀ ਇਸ ਤਰ੍ਹਾਂ ਘੁੰਮ ਨਾ ਰਹੀ ਹੁੰਦੀ ਤਾਂ ਸਾਨੂੰ ਅਲੱਗ-ਅਲੱਗ ਮੌਸਮ ਮਿਲ ਸਕਦੇ ਸੀ। ਦੂਸਰੀ ਗੱਲ, ਇੱਕ ਜਗ੍ਹਾ ਹਮੇਸ਼ਾ ਹਨੇਰਾ ਹੁੰਦਾ ਤੇ ਇੱਕ ਜਗ੍ਹਾ ਹਮੇਸ਼ਾ ਰਾਤ ਹੀ ਰਹਿੰਦੀ। ਇਦਾਂ ਹੋਣਾ ਸੀ ਪਿਆਰਿਓ, ਜੇ ਧਰਤੀ ਸੂਰਜ ਦੇ ਇਰਦ ਗਿਰਦ ਘੁੰਮ ਨਾ ਰਹੀ ਹੁੰਦੀ। ਲੇਕਿਨ ਇਹ ਪਰਮੇਸ਼ਰ ਦਾ ਬਣਾਇਆ ਗਿਆ ਸਿਸਟਮ ਹੈ ਕਿ ਇਨਸਾਨ ਧਰਤੀ ਉੱਤੇ ਸਹੀ ਤਰ੍ਹਾਂ ਰਹਿ ਸਕੇ, ਉਹਨੂੰ ਦਿਨ ਵੀ ਮਿਲੇ, ਉਹਨੂੰ ਰਾਤ ਵੀ ਮਿਲੇ, ਅਤੇ ਉਹਨੂੰ ਅਲੱਗ-ਅਲੱਗ ਮੌਸਮ ਵੀ ਮਿਲਣ ਮੇਰੇ ਪਿਆਰਿਓ। ਔਰ ਫਿਰ ਇਨਸਾਨ ਦੇ ਜਿੰਦਾ ਰਹਿਣ ਲਈ ਆਕਸੀਜਨ ਦੀ ਜ਼ਰੂਰਤ ਹੈ, ਤੇ ਆਕਸੀਜਨ ਕੇਵਲ ਧਰਤੀ ਉੱਤੇ ਹੀ ਇਨਸਾਨ ਨੂੰ ਮਿਲਦੀ ਹੈ ਪਿਆਰਿਓ। ਇਸ ਲਈ ਪਰਮੇਸ਼ਰ ਨੇ ਇਨਸਾਨ ਨੂੰ ਧਰਤੀ ਉੱਤੇ ਰੱਖਿਆ, ਕਿਸੇ ਹੋਰ ਗ੍ਰਹਿ ਉੱਤੇ ਨਹੀਂ ਰੱਖਿਆ। ਔਰ ਧਰਤੀ ਅਗਰ ਥੋੜੀ ਜਿਹੀ ਵੀ ਸੂਰਜ ਦੇ ਵੱਲ ਨੂੰ ਹੁੰਦੀ, ਮਤਲਬ ਸੂਰਜ ਦੇ ਨੇੜੇ ਹੁੰਦੀ, ਤਾਂ ਇਨਸਾਨ ਸੂਰਜ ਦੀ ਗਰਮੀ ਦੇ ਨਾਲ ਸੜ ਜਾਂਦੇ ਪਿਆਰਿਓ, ਸੜ ਕੇ ਮਰ ਜਾਂਦੇ ਸੂਰਜ ਦੀ ਗਰਮੀ ਦਾ, ਕਦੇ ਜਿੰਦਾ ਨਾ ਰਹਿ ਪਾਉਂਦੇ। ਤੇ ਅਗਰ ਥੋੜੀ ਜਿਹੀ ਸੂਰਜ ਤੋਂ ਦੂਰ ਹੁੰਦੀ ਤਾਂ ਵੀ ਇਨਸਾਨ ਧਰਤੀ ਉੱਤੇ ਜਿਉਂਦਾ ਨਾ ਰਹਿ ਪਾਉਂਦੇ, ਕਿਉਂਕਿ ਉਹਨਾਂ ਨੂੰ ਪੂਰੀ ਮਾਤਰਾ ਵਿੱਚ ਗਰਮੀ ਨਾ ਮਿਲ ਪਾਉਂਦੀ ਪਿਆਰਿਓ। ਦੇਖੋ ਪਰਮੇਸ਼ਰ ਦਾ ਸਿਸਟਮ ਦੇਖੋ ਜਰਾ ਭਾਈ, ਇਹ ਇੱਕ ਸਿਸਟਮ ਹੈ ਕਿ ਧਰਤੀ ਨੂੰ ਐਨ ਸਹੀ ਜਗ੍ਹਾ ਰੱਖਿਆ ਗਿਆ ਹੈ ਕਿ ਇਨਸਾਨ ਧਰਤੀ ਉੱਤੇ ਜਿਉਂਦਾ ਰਹਿ ਸਕੇ। ਅਤੇ ਹੋਰ ਵੀ ਬਹੁਤ ਵੱਡੇ ਵੱਡੇ ਗ੍ਰਹਿ ਹਨ ਤੇ ਸਭ ਦੇ ਸਭ ਗਤੀਸ਼ੀਲ ਹਨ ਪਿਆਰਿਓ। ਬਹੁਤ ਵੱਡੇ ਵੱਡੇ ਗ੍ਰਹਿ ਹਨ ਤੇ ਸਭ ਦੇ ਸਭ ਗਤੀਸ਼ੀਲ ਹਨ, ਅਤੇ ਉਹ ਸਭ ਆਪਣੇ ਆਪਣੇ ਨਿਯਮ ਦੇ ਅਨੁਸਾਰ ਗਤੀ ਕਰ ਰਹੇ ਹਨ, ਆਪਣੀ ਆਪਣੀ ਸਪੀਡ ਦੇ ਅਨੁਸਾਰ ਗਤੀ ਕਰ ਰਹੇ ਹਨ। 1 ਸੈਕਿੰਡ ਵੀ ਇੱਧਰ ਉੱਧਰ ਨਹੀਂ ਹੋ ਸਕਦੇ, 1 ਸੈਕਿੰਡ ਵੀ। ਇਹ ਅਦਭੁਤ ਕਰਮ ਦੇ ਨਾਲ ਗਤੀਸ਼ੀਲ ਹਨ, ਤੇ ਇਹ ਇੱਕ ਸਿਸਟਮ ਹੈ ਪਿਆਰਿਓ, ਇਹ ਇੱਕ ਸਿਸਟਮ ਹੈ। ਔਰ ਫਿਰ ਸਿਤਾਰੇ ਹਨ, ਦੇਖੋ ਸਿਤਾਰਿਆਂ ਵੱਲ ਦੇਖੋ, ਜਿਨ੍ਹਾਂ ਦੀ ਗਿਣਤੀ ਕਰਨਾ ਅਸੰਭਵ ਹੈ, ਗਿਣਤੀ ਨਹੀਂ ਕੀਤੀ ਜਾ ਸਕਦੀ, ਪਰ ਪਰਮੇਸ਼ਰ ਇੱਕ ਇੱਕ ਤਾਰੇ ਨੂੰ ਨਾਮ ਲੈ ਕੇ ਬੁਲਾਉਂਦਾ ਹੈ। ਬਾਈਬਲ ਦੱਸਦੀ ਹੈ ਪਰਮੇਸ਼ਰ ਇੱਕ ਇੱਕ ਤਾਰੇ ਨੂੰ ਉਹਨਾਂ ਦਾ ਨਾਮ ਲੈ ਕੇ ਸੱਦਦਾ ਹੈ, ਨਾਮ ਤੋਂ ਬੁਲਾਉਂਦਾ ਹੈ। ਕੁਝ ਲੋਕ ਕਹਿ ਦਿੰਦੇ ਹਨ ਇਹ ਸਿਸਟਮ, ਇਹ ਅਦਭੁਤ ਸਿਸਟਮ, ਇਹ ਅਚਰਜ ਸਿਸਟਮ ਜਿਹੜਾ ਹੈ ਇਹ ਤਾਂ ਆਪਣੇ ਆਪ ਬਣ ਗਿਆ ਹੈ। ਕੋਈ ਧਮਾਕਾ ਹੋਇਆ ਤੇ ਉਸ ਧਮਾਕੇ ਦੇ ਨਾਲ ਕੁਝ ਹਿੱਲਿਆ। ਸੁਣੋ ਗੌਰ ਨਾਲ ਸੁਣੋ, ਉਹ ਕਹਿੰਦੇ ਹਨ ਕੋਈ ਧਮਾਕਾ ਹੋਇਆ ਜੀ ਤੇ ਉਹਦੇ ਨਾਲ ਕੁਝ ਹਿੱਲਿਆ ਤਾਂ ਸਭ ਕੁਝ ਬਣ ਗਿਆ। ਇਹ ਸਿਸਟਮ ਇਦਾਂ ਬਣ ਗਿਆ ਜੀ, ਇਹ ਜਿਹੜਾ ਸਿਸਟਮ ਹੈ ਨਾ ਇਦਾਂ ਬਣਿਆ, ਕੁਝ ਹਿੱਲਣ ਨਾਲ ਬਣ ਗਿਆ। ਦੇਖੋ ਸੁਣ ਕੇ ਹਾਸਾ ਆਉਂਦਾ। ਇੱਕ ਵਾਰ ਪਿਆਰਿਓ, ਇੱਕ ਵਾਰ ਇੱਕ ਬਿਜ਼ਨਸਮੈਨ ਨੂੰ ਪੁੱਛਿਆ ਗਿਆ ਕਿ ਤੂੰ ਪਰਮੇਸ਼ਰ ਵਿੱਚ ਕਿਉਂ ਵਿਸ਼ਵਾਸ ਕਰਦਾ ਹੈ। ਉਹਨੇ ਉੱਤਰ ਦਿੱਤਾ ਕਿ ਮੇਰੇ ਕਾਰਖਾਨੇ ਵਿੱਚ ਇੱਕ ਵਿਅਕਤੀ ਨੂੰ ਇੱਕ ਯੰਤਰ ਬਣਾਉਣਾ ਸਿੱਖਣਾ ਹੈ ਤਾਂ ਉਹਨੂੰ 3-4 ਦਿਨ ਲੱਗ ਜਾਂਦੇ ਹਨ, ਤੇ ਮੈਂ ਇੱਕ ਮਾਮੂਲੀ ਯੰਤਰ ਨਿਰਮਾਤਾ ਹਾਂ, ਤੇ ਇੰਨਾ ਜਾਣਦਾ ਹਾਂ ਕਿ ਅਗਰ ਉਸ ਯੰਤਰ ਦੇ 70 ਭਾਗ ਕਿਸੇ ਨਾਦ ਵਿੱਚ ਪਾ ਕੇ, ਨਾਦ ਵਿੱਚ ਮਤਲਬ ਪਾਈਪ ਦੇ ਵਿੱਚ ਪਾ ਕੇ
ਅਗਲੇ 70 ਸਾਲ ਤੱਕ ਹਿਲਾਉਂਦੇ ਰਹੋ, ਤਾਂ ਵੀ ਤੁਸੀਂ ਉਹਨਾਂ ਤੋਂ ਆਪਣੇ ਆਪ ਇੱਕ ਯੰਤਰ ਬਣ ਕੇ ਤਿਆਰ ਹੋ ਗਿਆ ਕਦੇ ਨਹੀਂ ਦੇਖੋਗੇ। ਪਿਆਰਿਓ, ਕਦੇ ਨਹੀਂ ਦੇਖੋਗੇ। ਤੇ ਇਹ ਵਿਸ਼ਵ ਜਿਸ ਵਿੱਚ ਧਰਤੀ ਦੇ ਅਨੇਕਾਂ ਪ੍ਰਕਾਰ ਦੇ ਜੀਵ ਸਿਮਲਤ ਹਨ, ਇਸ ਯੰਤਰ ਨਾਲੋਂ ਤਾਂ ਕਿਤੇ ਗੁੰਝਲਦਾਰ ਹੈ ਇਹ ਵਿਸ਼ਵ। ਜੰਤਰ ਨਾਲੋਂ ਤਾਂ ਕਿਤੇ ਜਟਲ ਹੈ ਪਿਆਰਿਓ। ਅਗਰ ਇਸ ਪ੍ਰਕਾਰ ਦੇ ਇੱਕ ਮਾਮੂਲੀ ਯੰਤਰ ਦੇ ਲਈ ਇੱਕ ਕੁਸ਼ਲ ਨਿਰਮਾਤਾ ਦੀ ਜ਼ਰੂਰਤ ਹੈ, ਤਾਂ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਕਾਇਨਾਤ ਦੀਆਂ ਇਹਨਾਂ ਤਮਾਮ ਵਸਤੂਆਂ ਨੂੰ ਸ੍ਰਿਸ਼ਟ ਕਰਨ ਦੇ ਲਈ ਜ਼ਰੂਰ ਇੱਕ ਨਿਰਮਾਤਾ ਦੀ ਜ਼ਰੂਰਤ ਹੈ। ਉਹ ਨਿਰਮਾਤਾ ਕੌਣ ਹੈ? ਉਹ ਹੈ ਸਰਵ ਸ਼ਕਤੀਮਾਨ ਪਰਮੇਸ਼ਰ। ਇਹ ਪਰਮੇਸ਼ਰ ਦੀ ਹੋਂਦ ਦਾ ਵੱਡਾ ਸਬੂਤ ਹੈ ਪਿਆਰਿਓ, ਵੱਡਾ ਸਬੂਤ। ਤੇ ਮਨੁੱਖ ਦਾ ਸਰੀਰਕ ਢਾਂਚਾ ਦੇਖੋ, ਇੱਕ ਅਦਭੁਤ ਤਰੀਕੇ ਦੇ ਨਾਲ, ਅਚਰਜ ਤਰੀਕੇ ਨਾਲ ਬਣਾਇਆ ਗਿਆ ਹੈ। ਇਹ ਵੀ ਇੱਕ ਸਿਸਟਮ ਹੈ, ਇਹ ਵੀ ਇੱਕ ਸਿਸਟਮ ਹੈ। ਔਰ ਮਨੁੱਖ ਦਾ ਦਿਮਾਗ ਦੇਖੋ, ਦਿਮਾਗ ਇੱਕ ਸੁਪਰ ਕੰਪਿਊਟਰ ਨਾਲੋਂ ਵੀ ਤੇਜ਼ ਹੈ ਪਿਆਰਿਓ। ਇਨਸਾਨ ਦਾ ਦਿਮਾਗ 86 ਬਿਲੀਅਨ ਸੈੱਲਾਂ ਤੋਂ ਵੀ ਜ਼ਿਆਦਾ ਸੈੱਲਾਂ ਦਾ ਬਣਿਆ ਹੋਇਆ ਹੈ ਪਿਆਰਿਓ। ਤੇ ਕੀ ਇਹ ਆਪਣੇ ਆਪ ਵਿੱਚ ਅਦਭੁਤ ਨਹੀਂ ਹੈ, ਅਚਰਜ ਨਹੀਂ ਹੈ ਪਿਆਰਿਓ? ਇਸ ਅਦਭੁਤ ਸਰੀਰ ਅਤੇ ਦਿਮਾਗ ਦਾ ਕੋਈ ਨਿਰਮਾਤਾ ਹੈ ਜਿਸ ਨੇ ਇਹਨੂੰ ਇੰਨੇ ਅਚਰਜ ਤਰੀਕੇ ਨਾਲ ਬਣਾਇਆ ਹੈ, ਇਹਨਾਂ ਅਚਰਜ ਸਿਸਟਮ ਬਣਾਇਆ। ਸੋ ਇਹ ਵੀ ਪਰਮੇਸ਼ਰ ਦੀ ਹੋਂਦ ਦਾ ਸਬੂਤ ਹੈ। ਇਸ ਲਈ ਇਬਰਾਨੀਓ 3 ਅਧਿਆਏ ਉਹਦੀ 4 ਆਇਤ ਦੇ ਵਿੱਚ ਬਾਈਬਲ ਦੱਸਦੀ ਹੈ ਕਿ ਹਰੇਕ ਘਰ ਕਿਸੇ ਨਾ ਕਿਸੇ ਦਾ ਬਣਾਇਆ ਹੁੰਦਾ ਹੈ, ਪਰ ਜਿਹਨੇ ਸਭ ਕੁਝ ਬਣਾਇਆ ਹੈ ਉਹ ਪਰਮੇਸ਼ਰ ਹੈ ਮੇਰੇ ਪਿਆਰੇ। ਤੇ ਫਿਰ ਵੀ ਕੁਝ ਲੋਕ ਪਰਮੇਸ਼ਰ ਦੀ ਹੋਂਦ ਦਾ ਸਬੂਤ ਮੰਗਦੇ ਹਨ ਕਿ ਪਰਮੇਸ਼ਰ ਦਿਸਦਾ ਨਹੀਂ ਹੈ ਜੀ, ਜੇ ਹੈ ਤਾਂ ਦਿਖਾਓ, ਸਾਬਤ ਕਰੋ, ਇੱਦਾਂ ਸਬੂਤ ਮੰਗਦੇ ਹਨ। ਤੇ ਕਈ ਵਾਰੀ ਅਸੀਂ ਹਵਾ ਦੀ ਮਿਸਾਲ ਦੇ ਕੇ ਸਮਝਾਉਂਦੇ ਹਾਂ ਕਿ ਦੇਖੋ ਹਵਾ ਦਿਖਾਈ ਨਹੀਂ ਦਿੰਦੀ, ਲੇਕਿਨ ਹਵਾ ਹੈ, ਅਸੀਂ ਮਹਿਸੂਸ ਕਰਦੇ ਹਾਂ। ਖੁਸ਼ਬੂ ਫੁੱਲਾਂ ਵਿੱਚ ਹੁੰਦੀ ਹੈ ਪਰ ਦਿਖਾਈ ਨਹੀਂ ਦਿੰਦੀ, ਹੈ ਨਾ, ਪਰ ਹੁੰਦੀ ਹੈ। ਦੁੱਧ ਦੇ ਵਿੱਚ ਮੱਖਣ ਹੁੰਦਾ ਹੈ ਪਰ ਦਿਖਾਈ ਨਹੀਂ ਦਿੰਦਾ, ਪਰ ਮੱਖਣ ਹੁੰਦਾ ਹੈ, ਜੇ ਦਿਖਾਈ ਨਹੀਂ ਦਿੰਦਾ ਹੁੰਦਾ ਹੈ। ਇਹ ਮਿਸਾਲਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਿਹੜੇ ਨਾਸਤਿਕ ਹਨ ਉਹ ਇਹਨਾਂ ਮਿਸਾਲਾਂ ਨੂੰ ਵੀ ਨਹੀਂ ਮੰਨਦੇ, ਇਹਨਾਂ ਮਿਸਾਲਾਂ ਨੂੰ ਵੀ ਨਹੀਂ ਮੰਨਦੇ ਪਿਆਰਿਓ। ਇੱਕ ਵਾਰ ਮੈਂ ਇੱਕ ਪ੍ਰਚਾਰਕ ਨੂੰ ਸੁਣ ਰਿਹਾ ਸੀ, ਉਹਨਾਂ ਨੂੰ ਕਿਤੇ ਐਸੇ ਸੰਮੇਲਨ ਦੇ ਵਿੱਚ ਬੁਲਾਇਆ ਗਿਆ ਜਿੱਥੇ ਸਭ ਧਰਮਾਂ ਦੇ ਪ੍ਰਚਾਰਕਾਂ ਨੂੰ ਬੁਲਾਇਆ ਗਿਆ ਸੀ, ਤੇ ਇੱਕ ਨਾਸਤਿਕ ਨੂੰ ਵੀ ਉੱਥੇ ਬੁਲਾਇਆ ਗਿਆ ਸੀ। ਉਹ ਨਾਸਤਿਕ ਇੱਕ ਪ੍ਰੋਫੈਸਰ ਸੀ, ਉਹਨੇ ਸਾਰੇ ਧਰਮਾਂ ਦੇ ਪ੍ਰਚਾਰਕਾਂ ਨੂੰ ਸਵਾਲ ਕਰਨੇ ਸੀ ਤੇ ਉਹਨਾਂ ਨੇ ਉੱਤਰ ਦੇਣੇ ਸੀ। ਜਿਸ ਪ੍ਰਚਾਰਕ ਦੀ ਮੈਂ ਗੱਲ ਕਰਨ ਲੱਗਾ, ਜਦੋਂ ਉਹਦੀ ਵਾਰੀ ਆਈ ਤਾਂ ਉਸ ਨਾਸਤਿਕ ਨੇ ਪਰਮੇਸ਼ਰ ਦੀ ਹੋਂਦ ਦੇ ਬਾਰੇ ਸਵਾਲ ਕੀਤਾ ਕਿ ਜੇ ਹੈ ਤਾਂ ਸਬੂਤ ਦਿਓ, ਸਾਬਤ ਕਰੋ। ਉਸ ਪ੍ਰਚਾਰਕ ਨੇ ਉਸ ਨਾਸਤਿਕ ਨੂੰ ਪੁੱਛਿਆ, ਤੁਹਾਡੇ ਪਿਤਾ ਦਾ ਨਾਮ ਕੀ ਹੈ? ਉਹਨੇ ਦੱਸਿਆ ਕਿ ਫਲਾਣਾ ਫਲਾਣਾ ਮੇਰੇ ਪਿਤਾ ਦਾ ਨਾਮ ਹੈ। ਤੇ ਉਸ ਪ੍ਰਚਾਰਕ ਨੇ ਕਿਹਾ, ਕੀ ਸਬੂਤ ਹੈ ਕਿ ਉਹ ਤੇਰਾ ਪਿਤਾ ਹੈ? ਉਹ ਨਾਸਤਿਕ ਗੁੱਸੇ ਵਿੱਚ ਆ ਗਿਆ, ਇਹ ਸੁਣ ਕੇ ਉਹ ਕ੍ਰੋਧ ਵਿੱਚ ਆ ਗਿਆ ਕਿ ਇਹ ਤਾਂ ਸਭਿਅਤਾ ਤੋਂ ਗਿਰੀ ਹੋਈ ਗੱਲ ਹੈ, ਇਹ ਤਾਂ ਤੂੰ ਸਭਿਅਤਾ ਤੋਂ ਗਿਰੀ ਹੋਈ ਗੱਲ ਕਰ ਦਿੱਤੀ ਹੈ। ਤਾਂ ਪ੍ਰਚਾਰਕ ਨੇ ਕਿਹਾ, ਕਮਾਲ ਦੀ ਗੱਲ ਹੈ ਬਈ, ਮੈਂ ਤੇਰੇ ਪਿਤਾ ਦੇ ਤੇਰੇ ਪਿਤਾ ਹੋਣ ਦਾ ਸਬੂਤ ਮੰਗਿਆ ਹੈ, ਤਾਂ ਇਹ ਸਭਿਅਤਾ ਤੋਂ ਗਿਰੀ ਹੋਈ ਗੱਲ ਹੈ, ਤੇ ਤੂੰ ਤਾਂ ਜੋ ਜਗਤ ਪਿਤਾ ਹੈ, ਜੋ ਸਾਰੇ ਸੰਸਾਰ ਦਾ ਪਿਤਾ ਹੈ, ਉਹਦੀ ਹੋਂਦ ਦਾ ਸਬੂਤ ਮੰਗਦਾ ਹੈ। ਕਿ ਇਹ ਸਭਿਅਤਾ ਤੋਂ ਗਿਰੀ ਹੋਈ ਗੱਲ ਨਹੀਂ ਹੈ? ਕੀ ਸਬੂਤ ਹੈ ਕਿ ਤੇਰਾ ਪਿਤਾ ਹੈ? ਕੀ ਤੂੰ ਸਬੂਤ ਦੇ ਸਕਦਾ ਹੈ, ਸਾਬਤ ਕਰ ਸਕਦਾ ਹੈ? ਤੂੰ ਕੇਵਲ ਆਪਣੀ ਮਾਂ ਕੋਲੋਂ ਸੁਣਿਆ ਹੈ ਕਿ ਉਹ ਤੇਰਾ ਪਿਤਾ ਹੈ ਨਾ,
ਜਾਣੀ ਕਿ ਇੱਕ ਇਨਸਾਨ ਦੇ ਕੋਲੋਂ ਸੁਣਿਆ ਤੂੰ, ਤੇਰੀ ਮਾਂ ਇੱਕ ਇਨਸਾਨ ਆ, ਤੇ ਇੱਕ ਇਨਸਾਨ ਦੇ ਕੋਲ ਤੂੰ ਸੁਣਿਆ ਕਿ ਉਹ ਤੇਰਾ ਪਿਤਾ ਹੈ। ਤੂੰ ਆਪਣੀ ਮਾਂ ਦੇ ਕਹਿਣ ਦੇ ਉੱਤੇ ਵਿਸ਼ਵਾਸ ਕਰ ਲਿਆ, ਇੱਕ ਇਨਸਾਨ ਦੇ ਕਹਿਣ ਉੱਤੇ ਵਿਸ਼ਵਾਸ ਕਰ ਲਿਆ, ਤੇ ਤੂੰ ਉਹਨੂੰ ਪਿਤਾ ਪਿਤਾ ਕਹਿਣ ਲੱਗ ਪਿਆ, ਹਨਾ। ਤੇ ਜਿਹੜਾ ਜਗਤ ਪਿਤਾ ਹੈ, ਜਿਹੜਾ ਸਾਰੇ ਸੰਸਾਰ ਦਾ ਪਿਤਾ ਹੈ, ਉਹਦੇ ਬਾਰੇ ਤਾਂ ਹਰ ਇੱਕ ਧਰਮ ਗ੍ਰੰਥ ਦੇ ਵਿੱਚ ਦੱਸਿਆ ਗਿਆ ਹੈ ਕਿ ਉਹ ਸਾਰੇ ਸੰਸਾਰ ਦਾ ਪਿਤਾ ਹੈ। ਤੂੰ ਤਾਂ ਇੱਕ ਇਨਸਾਨ ਦੇ ਕਹਿਣ ਤੇ ਵਿਸ਼ਵਾਸ ਕਰ ਲਿਆ ਹੈ, ਆਪਣੀ ਮਾਂ ਦੇ ਕਹਿਣ ਤੇ ਵਿਸ਼ਵਾਸ ਕਰ ਲਿਆ, ਤੇ ਆਪਣੇ ਪਿਤਾ ਨੂੰ ਪਿਤਾ ਪਿਤਾ ਕਹਿਣਾ ਸ਼ੁਰੂ ਕਰ ਦਿੱਤਾ, ਹਨਾ। ਪਰ ਜਿਹੜਾ ਜਗਤ ਪਿਤਾ ਹੈ ਨਾ, ਸਾਰੇ ਧਰਮ ਗ੍ਰੰਥ ਸਾਬਤ ਕਰਦੇ ਹਨ ਉਹਦੇ ਬਾਰੇ। ਉਹਦੀ ਤਾਂ ਹਰ ਰਚਨਾ ਸਾਬਤ ਕਰ ਰਹੀ ਹੈ ਕਿ ਹਾਂ, ਉਹੀ ਸਾਰੇ ਜਗਤ ਦਾ ਰਚਨਹਾਰਾ ਹੈ। ਤੇ ਸਾਰੇ ਧਰਮ ਗ੍ਰੰਥ ਸਾਬਤ ਕਰ ਰਹੇ ਹਨ ਕਿ ਹਾਂ, ਉਹੀ ਰਚਨਹਾਰਾ ਹੈ। ਪਰ ਤੂੰ ਸਾਬਤ ਨਹੀਂ ਕਰ ਸਕਦਾ ਕਿ ਤੇਰਾ ਪਿਤਾ ਹੈ। ਤਾਂ ਉਹ ਹਿੱਲ ਗਿਆ, ਉਹਨੇ ਉਸ ਪ੍ਰਚਾਰਕ ਨੂੰ ਕਿਹਾ ਕਿ ਤੂੰ ਮੈਨੂੰ ਹਿਲਾ ਕੇ ਰੱਖ ਦਿੱਤਾ। ਇਸ ਤੋਂ ਪਹਿਲਾਂ ਪਤਾ ਨਹੀਂ ਮੈਂ ਕਿੰਨੇ ਪ੍ਰਚਾਰਕਾਂ ਨੂੰ ਮਿੰਟਾਂ ਵਿੱਚ ਹਿਲਾ ਕੇ ਰੱਖ ਦਿੰਦਾ ਰਿਹਾ ਹਾਂ, ਪਰ ਅੱਜ ਤੂੰ ਮੈਨੂੰ ਹਿਲਾ ਕੇ ਰੱਖ ਦਿੱਤਾ। ਮੈਂ ਅੰਦਰ ਤੱਕ ਹਿੱਲ ਗਿਆ। ਹੁਣ ਮੈਨੂੰ ਸਟੱਡੀ ਦੀ ਜ਼ਰੂਰਤ ਹੈ। ਹੁਣ ਮੈਂ ਪਰਮੇਸ਼ਰ ਦੇ ਉੱਤੇ ਸਟੱਡੀ ਕਰਾਂਗਾ, ਪਰਮੇਸ਼ਰ ਦੀ ਹੋਂਦ ਉੱਤੇ ਸਟੱਡੀ ਕਰਾਂਗਾ। ਸੋ ਪਿਆਰਿਓ, ਪਰਮੇਸ਼ਰ ਨੇ ਸਾਨੂੰ ਅਚਰਜ ਤਰੀਕੇ ਦੇ ਨਾਲ ਬਣਾਇਆ ਹੈ, ਅਤੇ ਅਚਰਜ ਤਰੀਕੇ ਦੇ ਨਾਲ ਸਾਨੂੰ ਉਹਨੇ ਬਚਾਇਆ ਹੈ। ਕੋਈ ਵੀ ਦਲੀਲ ਕਿਸੇ ਵਿਅਕਤੀ ਨੂੰ ਪਰਮੇਸ਼ਰ ਦੀ ਹੋਂਦ ਨੂੰ ਸਵੀਕਾਰ ਕਰਨ ਤੋਂ ਨਹੀਂ ਰੋਕ ਸਕਦੀ। ਮੇਰੇ ਪਿਆਰੋ, ਮਨਾ ਨਹੀਂ ਕਰ ਸਕਦੀ। ਪਰ ਫਿਰ ਵੀ ਜਿਹੜਾ ਪਰਮੇਸ਼ਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ, ਉਹਦੇ ਬਾਰੇ ਬਾਈਬਲ ਦੇ ਵਿੱਚ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਮੂਰਖ ਨੇ ਤਾਂ ਆਪਣੇ ਮਨ ਵਿੱਚ ਆਖਿਆ ਹੈ ਕਿ ਪਰਮੇਸ਼ਰ ਹੈ ਹੀ ਨਹੀਂ। ਆਮੀਨ, ਆਮੀਨ।